ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਜਸਮੀਤ ਭਾਟੀਆ ਔਰ ਲੈਂਡਮਾਰਕ ਇਮੀਗ੍ਰੇਸ਼ਨ ਪਿਛਲੇ 13 ਸਾਲਾਂ ਤੋਂ ਸਟੂਡੈਂਟ ਸਰਵਿਸਿਜ਼ 'ਚ ਸਟੂਡੈਂਟਸ ਨੂੰ ਹੈਲਪ ਕਰਦੀ ਆ ਰਹੀ ਹੈ। even if you want to apply for a tourist visa, you want to join your spouse, you want to apply for a spouse dependent visa, you want to apply for a PR, landmark immigration will be there to help you. ਸੋ ਪਿਛਲੇ 13 ਸਾਲ ਦੀ ਜਰਨੀ ਬਹੁਤ ਅੱਛੀ ਰਹੀ। ਬਹੁਤ ਸਾਰੇ ਸਟੂਡੈਂਟਸ ਨੂੰ ਅਸੀਂ ਗਾਈਡ ਕੀਤਾ ਕਿ ਉਹ ਬਾਹਰ ਜਾ ਕੇ ਸੈਟਲ ਹੋ ਸਕਣ। ਔਰ ਮੈਨੂੰ ਲੱਗਦਾ ਕਿ ਮੋਰ ਦੈਨ 17 to 20,000 ਸਟੂਡੈਂਟਸ have been sent abroad with the help guidance of landmark immigration, and I'm really grateful ਕਿ ਇੰਨੇ ਸਾਰੇ ਸਟੂਡੈਂਟਸ ਨੂੰ ਅਸੀਂ ਹੈਲਪ ਕਰ ਚੁੱਕੇ ਹਾਂ ਹੁਣ ਤੱਕ ਔਰ ਫਿਊਚਰ 'ਚ ਵੀ ਹੈਲਪ ਕਰਦੇ ਰਵਾਂਗੇ। ਸੋ ਸਟੂਡੈਂਟ ਕਿਸੇ ਸਟੂਡੈਂਟ ਨੇ ਮੈਨੂੰ ਕਿਹਾ ਕਿ ਇਸ ਚੀਜ਼ 'ਤੇ ਵੀ ਜ਼ਰੂਰ ਵੀਡੀਓ ਬਣਾਓ, ਗਵਰਨਮੈਂਟ ਕਾਲਜਿਸ ਵਰਸਸ ਪ੍ਰਾਈਵੇਟ ਕਾਲਜਿਸ, and I will add ki government colleges versus private colleges versus universities, that why we should choose a university, why we should choose a private college, why we should use a government college. So ਅਸੀਂ ਗੱਲ ਕਰਦੇ ਹਾਂ ਪਹਿਲਾਂ ਤਾਂ ਪ੍ਰਾਈਵੇਟ ਕਾਲਜ ਦੀ। ਸੀ ਪ੍ਰਾਈਵੇਟ ਕਾਲਜਿਸ are private institutes which are there. Some private institutes are really good in Canada, ਜਿਹੜੇ ਕਿ ਸਟੂਡੈਂਟਸ ਜਿਹੜੇ ਲੋਕਲ ਸਟੂਡੈਂਟਸ ਹੈਗੇ ਆ ਉਹਨਾਂ ਦੀਆਂ ਪ੍ਰੈਕਟੀਕਲ ਸਕਿੱਲਸ ਤੇ ਕੰਮ ਕਰਦਾ। ਔਰ ਬਹੁਤ ਸਾਰੇ ਸਟੂਡੈਂਟਸ ਇਹਨਾਂ ਦੇ ਪ੍ਰਾਈਵੇਟ ਕਾਲਜਿਸ 'ਚ ਪੜ੍ਹਦੇ ਆ ਕਿਉਂਕਿ ਦੇ ਆਰ ਲੋ ਕਾਸਟ ਐਂਡ ਦੇ ਆਰ ਬੀਇੰਗ they give good information to the students, good experience to the students. There are a lot of short term courses which the local students do, but they are not suitable for an international student. International students ਲਈ ਇਸ ਲਈ ਹੈਲਪਫੁਲ ਨਹੀਂ ਹੁੰਦੇ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਕ ਤਾਂ ਮਿਨੀਮਮ ਕੋਰਸ ਦੀ ਜਿਹੜੀ ਡਿਊਰੇਸ਼ਨ ਹੋਣੀ ਚਾਹੀਦੀ ਹੈ ਉਹ 1 year ਹੋਣੀ ਚਾਹੀਦੀ ਹੈ ਜਾਂ 2 years ਹੋਣੀ ਚਾਹੀਦੀ ਹੈ ਔਰ ਮੋਰ ਦੈਨ ਦੈਟ, whereas some private colleges are only offering short term courses. On the other hand, now they were in last 5 years many private colleges came up with a curriculum of 1 year and 2 year programs in last 5 years so that they can attract international students. ਬਟ ਇੰਟਰਨੈਸ਼ਨਲ ਸਟੂਡੈਂਟਸ ਨੂੰ ਉਹਨਾਂ ਕਾਲਜਿਸ 'ਚ ਪੜ੍ਹ ਕੇ ਬੈਨੀਫਿਟ ਇਸ ਲਈ ਨਹੀਂ ਹੈਗਾ ਕਿਉਂਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਹੈਗਾ। ਅੰਟਿਲ ਐਂਡ ਅਨਲੈਸ ਉਸ ਪ੍ਰਾਈਵੇਟ ਕਾਲਜ ਦਾ ਕਿਸੇ ਯੂਨੀਵਰਸਿਟੀ ਨਾਲ ਟਾਈ ਅਪ ਹੋਏ ਤਾਂ ਕਿ ਤੁਸੀਂ ਉੱਥੋਂ ਡਿਪਲੋਮਾ ਕਰਕੇ ਆਪਣੇ ਕ੍ਰੈਡਿਟ ਟ੍ਰਾਂਸਫਰ ਕਰਾ ਕੇ ਯੂਨੀਵਰਸਿਟੀ ਵਿੱਚ ਬੈਚਲਰ ਡਿਗਰੀ ਕਰੋ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਸਕੇ। ਬਟ ਮੌਂਟਰੀਅਲ ਜਾਂ ਫਿਰ ਕਿਊਬੈਕ ਪ੍ਰੋਵਿੰਸ 'ਚ ਇਹ ਅਲਾਉਡ ਹੈ, ਯਾਨੀ ਕਿ ਜੇ ਤੁਸੀਂ ਪ੍ਰਾਈਵੇਟ ਕਾਲਜਿਸ 'ਚ 1800 ਆਵਰਸ ਤੱਕ ਦਾ ਡਿਪਲੋਮਾ ਕਰਦੇ ਹੋ ਦੈਨ ਯੂ ਕੈਨ ਗੈਟ ਅ ਪੋਸਟ ਗ੍ਰੈਜੂਏਟ ਵਰਕ ਪਰਮਿਟ। ਸੋ ਸਟੂਡੈਂਟਸ ਤਾਂ ਕਰਕੇ ਕਾਫੀ ਸਾਰਾ ਕਿਊਬੈਕ ਪ੍ਰੋਵਿੰਸ ਨੂੰ ਚੂਜ਼ ਕਰਨ ਲੱਗ ਗਏ ਬਿਕੋਜ਼ ਦੇ ਵਾਂਟਡ ਟੂ ਗੋ ਟੂ ਅ ਪ੍ਰਾਈਵੇਟ ਕਾਲਜ, ਦੇ ਵਾਂਟਡ ਟੂ ਸੀ ਅ ਲੋ ਕਾਸਟ ਕਾਲਜ, ਦੇ ਵਾਂਟਡ ਟੂ ਸਟੱਡੀ ਫॉर ਲੈਸ ਟਾਈਮ। ਸੋ ਉਹਦਾ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਨੈਗੇਟਿਵ ਇਫੈਕਟ ਹੋਇਆ ਬਿਕੋਜ਼ ਦੇ ਵਰ ਲੋਟ ਆਫ ਸਟੂਡੈਂਟਸ ਹੂ ਵਰ ਚੂਜ਼ਿੰਗ ਦ ਕਾਲਜ in Quebec province just to reach Canada, not to study. So ਇਹ ਸਾਰੀਆਂ ਚੀਜ਼ਾਂ ਦਾ ਸਟੂਡੈਂਟਸ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ whereas ਜਦੋਂ ਅਸੀਂ ਇੱਦਾਂ ਕਰਾਂਗੇ ਤਾਂ you can get refusal from the High Commission because the motive to study is not there, the motive just to reach Canada is there. So I feel this is really important information। ਜਿਹੜੇ ਵੀ ਸਟੂਡੈਂਟਸ ਬਾਹਰ ਜਾਣਾ ਚਾਹੁੰਦੇ ਆ ਇਹ ਚੀਜ਼ ਨੂੰ ਜ਼ਰੂਰ ਨੋਟਿਸ ਕਰਨ ਕਿ ਤੁਸੀਂ ਪ੍ਰਾਈਵੇਟ ਕਾਲਜ ਚੂਜ਼ ਕਰਨਾ ਹੈ ਔਰ ਕਿਉਂ ਚੂਜ਼ ਕਰਨਾ ਹੈ। ਪ੍ਰਾਈਵੇਟ ਕਾਲਜ ਕਈ ਵਾਰੀ ਸਟੂਡੈਂਟਸ ਇਸ ਲਈ ਵੀ ਚੂਜ਼ ਕਰਦੇ ਕਿ ਦੇ ਆਰ ਨਾਟ ਐਲੀਜੀਬਲ ਟੂ ਅਪਲਾਈ ਇਨ ਅ ਗਵਰਨਮੈਂਟ ਕਾਲਜ ਔਰ ਪ੍ਰਾਈਵੇਟ ਕਾਲਜ ਦੀਆਂ ਐਂਟਰੀ ਰਿਕੁਆਇਰਮੈਂਟਸ ਆਰ ਲੋ ਐਂਡ ਈਵਨ 1 ਚੋਂ 5 2 ਚੋਂ 5 ਜੇ ਤੁਹਾਡੇ ਬੈਂਡ ਹੈਗੇ ਤਾਂ ਵੀ ਕੁਝ ਪ੍ਰਾਈਵੇਟ ਕਾਲਜਿਸ ਤੁਹਾਨੂੰ ਐਡਮਿਸ਼ਨ ਤੇ ਦਿੰਦੇ ਆ ਬਟ ਓਵਰਆਲ ਸਕਸੈਸ ਰੇਟ ਆਫ ਦੈਟ ਕਾਲਜ ਗੋਸ ਲੋ। ਸੋ ਔਨ ਦ ਅਦਰ ਹੈਂਡ ਵੈਨ ਯੂ ਅਪਲਾਈ ਟੂ ਅ ਗਵਰਨਮੈਂਟ ਕਾਲਜ ਯਾਨੀ ਕਿ ਇੱਕ ਪਬਲਿਕ ਫੰਡਡ ਕਾਲਜ 'ਚ ਜਿਹਨੂੰ ਪਬਲਿਕ ਗਵਰਨਮੈਂਟ ਸਪੋਰਟ ਕਰਦੀ ਹੈ ਦ ਵੀਜ਼ਾ ਸਕਸੈਸ ਰੇਟ ਵਿਲ ਬੀ ਹਾਈ। ਆਈ ਹੈਵ ਸੀਨ ਮੈਂ ਬਹੁਤ ਵਾਰੀ ਕੈਨੇਡਾ ਗਿਆ ਔਰ ਮੈਂ ਬਹੁਤ ਸਾਰੇ ਕੈਂਪਸਿਸ ਵਿਜ਼ਿਟ ਕੀਤੇ ਹੈ। ਦ ਸਿਸਟਮ ਇਨ ਈਚ ਕਾਲਜ, ਚਾਹੇ ਉਹ ਬ੍ਰਿਟਿਸ਼ ਕੋਲੰਬੀਆ ਹੋਏ, ਚਾਹੇ ਉਹ ਸਸਕੈਚੁਅਨ ਹੋਏ, ਚਾਹੇ ਉਹ ਓਨਟਾਰੀਓ ਹੋਏ, ਚਾਹੇ ਉਹ ਮੈਨੀਟੋਬਾ ਹੋਏ, ਦ ਸਿਸਟਮ ਫੋਲੋਡ ਇਨ ਈਚ ਪਬਲਿਕ ਕਾਲਜ ਇਜ਼ ਆਲਮੋਸਟ ਦ ਸੇਮ। ਦ ਲੈਬਸ ਆਰ ਆਫ ਗੁੱਡ ਕੁਆਲਿਟੀ, ਹਾਈ ਸਟੈਂਡਰਡ ਐਂਡ teaching is the first preference, yani ki ਤੁਹਾਨੂੰ ਪੜ੍ਹਾਉਣਾ ਚਾਹੁੰਦੇ ਆ the teachers have passion to make you learn something and when you go to a lab ਮੇਰਾ ਵੀ ਦਿਲ ਕਰ ਪਿਆ ਕਦੀ ਕਿ ਆਪਾਂ ਇਦਾਂ ਦੀ ਲੈਬ 'ਚ ਪੜ੍ਹੇ ਹੁੰਦੇ ਤਾਂ ਮਜ਼ਾ ਹੀ ਕੁਝ ਹੋਰ ਸੀ। whereas you know that ਕਿ ਇੰਡੀਆ ਵਿੱਚ ਉਨੀਆਂ ਵਧੀਆ ਲੈਬਸ ਨਹੀਂ ਹੈਗੀਆਂ। ਜੇ ਕੰਪਿਊਟਰ ਹੈ ਤਾਂ ਪੂਰੇ ਕੰਪਿਊਟਰ ਰੂਮ 'ਚ
ਮੈਕ ਦੇ ਪੂਰੇ ਗ੍ਰਾਫਿਕ ਡਿਜ਼ਾਈਨਿੰਗ ਦੇ ਵੱਡੇ ਵੱਡੇ ਕੰਪਿਊਟਰਸ ਪਏ ਹੋਏ ਆ। ਜੇ ਕੰਪਿਊਟਰ ਟੈਕਨੀਸ਼ੀਅਨ ਹੈ ਤਾਂ ਪ੍ਰੋਪਰਲੀ ਤੁਹਾਨੂੰ ਹਰ ਚੀਜ਼ ਸਮਝਾਈ ਜਾ ਰਹੀ ਹੈ। ਜੇ ਤੁਸੀਂ 3D ਮਾਡਲਿੰਗ ਕਰਨਾ ਚਾਹੁੰਦੇ ਹੋ ਤਾਂ 3D ਪ੍ਰਿੰਟਰਸ ਲੱਗੇ ਹੋਏ ਆ ਲੈਬਸ ਵਿੱਚ। ਜੇ ਤੁਸੀਂ ਨਰਸਿੰਗ ਕਰਨਾ ਚਾਹੁੰਦੇ ਹੋ ਤਾਂ ਐਕਚੁਅਲ ਵਿੱਚ ਜਿਹੜੇ ਰੋਬੋਟਸ ਹੈਗੇ ਆ ਉੱਦਾਂ ਉਹਨਾਂ ਦੇ ਮਾਡਲਸ ਪਏ ਆ ਤਾਂ ਕਿ ਤੁਸੀਂ ਨਰਸਿੰਗ 'ਚ ਚੰਗੀ ਤਰ੍ਹਾਂ ਪੜ੍ਹ ਸਕੋ। ਐਂਡ ਦੇਰ ਆਰ ਐਕਚੁਅਲ ਰੋਬੋਟਸ ਜਿਨ੍ਹਾਂ 'ਚ ਹਾਰਟ ਬੀਟ ਵੀ ਚੈੱਕ ਹੁੰਦੀ ਹੈ, ਸਭ ਕੁਝ ਚੈੱਕ ਹੁੰਦਾ ਜਿਹਦੇ ਨਾਲ ਸਟੂਡੈਂਟਸ ਨੂੰ ਅੱਛੀ ਲਰਨਿੰਗ ਪ੍ਰੋਵਾਈਡ ਹੋ ਸਕੇ। ਐਂਡ ਜੇ ਅਸੀਂ ਆਟੋਮੋਬਾਈਲ ਸੈਕਟਰ ਦੇ ਲੈਬਸ ਦੇਖੇ ਤਾਂ ਐਕਚੁਅਲ 'ਚ ਉੱਥੇ ਕਾਰਾਂ ਖੜੀਆਂ ਹੈਗੀਆਂ ਬਹੁਤ ਸਾਰੀਆਂ ਹਰ ਤਰ੍ਹਾਂ ਦੀਆਂ, ਜਿਹਦੇ 'ਚ ਤੁਸੀਂ ਕੰਮ ਕਰੋਗੇ, ਜਿਹਦੇ 'ਚ ਸਿੱਖ ਸਕਦੇ ਹੋ ਕਿ ਕਿਵੇਂ ਇਹਨਾਂ ਨੂੰ ਠੀਕ ਕੀਤਾ ਜਾ ਸਕਦਾ। ਸੋ ਆਈ ਹੈਵ ਸੀਨ ਸੋ ਮੈਨੀ ਲੈਬ। ਜੇ ਤੁਸੀਂ ਸਿਵਲ ਇੰਜੀਨੀਅਰ ਹੋ ਤਾਂ ਸਿਵਲ ਇੰਜੀਨੀਅਰਿੰਗ ਦੇ ਉੱਤੇ ਬਹੁਤ ਵੱਡੀਆਂ ਵੱਡੀਆਂ ਲੈਬਸ ਹਨ, ਜਿੰਨੇ ਵੀ ਪਬਲਿਕ ਕਾਲਜਸ ਮੈਂ ਵਿਜ਼ਿਟ ਕੀਤੇ। ਸੋ ਸਟੂਡੈਂਟਸ, ਪਬਲਿਕ ਕਾਲਜ 'ਚ ਪਹਿਲਾਂ ਤਾਂ ਆਪਣਾ ਮੋਟੋ ਹੈ ਪੜ੍ਹਨਾ, ਕਿਉਂਕਿ 3 ਤੋਂ 4 ਦਿਨ ਦੀਆਂ ਫੁੱਲ ਟਾਈਮ ਕਲਾਸਿਸ ਹੋਣਗੀਆਂ। ਸੋ ਪਬਲਿਕ ਕਾਲਜਸ ਸਾਰੇ ਹੀ 50 ਤੋਂ 60 ਸਾਲ ਪੁਰਾਣੇ ਹੈਗੇ ਆ, ਇਸ ਲਈ ਪਬਲਿਕ ਕਾਲਜਸ ਨੂੰ ਚੂਜ਼ ਕਰਨਾ ਚਾਹੀਦਾ, ਕਿਉਂਕਿ ਤੁਸੀਂ ਜੇ ਆਪਣੀ ਪੜ੍ਹਾਈ ਚੰਗੀ ਨਹੀਂ ਕਰੋਗੇ ਤਾਂ ਅੱਛੀ ਜੌਬ ਕਿੱਥੋਂ ਮਿਲੇਗੀ। ਸੋ ਅੱਛੀ ਪੜ੍ਹਾਈ ਕੀਤੀ ਹੋਏਗੀ ਤਾਂ ਅੱਛੀ ਜੌਬ ਵੀ ਮਿਲੇਗੀ, ਔਰ ਅੱਛੀ ਜੌਬ ਮਿਲੇਗੀ ਤਾਂ PR ਹੋਣ ਦੇ ਚਾਂਸਸ ਬਹੁਤ ਵਧੀਆ ਰਹਿਣਗੇ। ਸੋ ਜਦੋਂ ਅਸੀਂ ਗਵਰਨਮੈਂਟ ਕਾਲਜ 'ਚ ਅਪਲਾਈ ਕਰਦੇ ਹਾਂ, ਦੈਟ ਮੀਨਸ ਕਿ ਤੁਸੀਂ ਇੱਕ ਤਾਂ ਐਂਟਰੀ ਰਿਕੁਆਇਰਮੈਂਟਸ ਇੰਨੀਆਂ ਈਜ਼ੀ ਨਹੀਂ ਹੁੰਦੀਆਂ। ਕੋਈ ਵੀ ਗਵਰਨਮੈਂਟ ਕਾਲਜ 2 ਮੋਡਿਊਲ ਤੋਂ 5.5 ਬੈਂਡ ਤੋਂ ਥੱਲੇ ਕਿਸੇ ਵੀ ਸਟੂਡੈਂਟ ਨੂੰ ਐਡਮਿਸ਼ਨ ਨਹੀਂ ਦਿੰਦਾ। ਐਂਡ ਸਮ ਕਾਲਜਸ ਤਾਂ 6 ਈਚ ਦੀ ਰਿਕੁਆਇਰਮੈਂਟ ਰੱਖਦੇ ਆ, ਕਿਉਂਕਿ ਉਹਨਾਂ ਨੂੰ ਪਤਾ ਉਹਨਾਂ ਕੋਲ ਬਹੁਤ ਸਾਰੇ ਕੈਂਡੀਡੇਟਸ ਨੇ ਅਪਲਾਈ ਕਰਨਾ ਐਂਡ ਦੇ ਚੂਜ਼ ਦ ਬੈਸਟ। ਸੋ ਕੋਈ ਵੀ ਗਵਰਨਮੈਂਟ ਕਾਲਜ ਦੀਆਂ ਜਿਹੜੀਆਂ ਐਂਟਰੀ ਰਿਕੁਆਇਰਮੈਂਟਸ ਉਹ ਈਜ਼ੀ ਨਹੀਂ ਹੈਗੀਆਂ। ਫਿਰ ਗਵਰਨਮੈਂਟ ਨੂੰ ਲੱਗਦਾ ਕਿ ਦੇ ਹੈਵ ਅਪਲਾਈਡ ਟੂ ਅ ਗਵਰਨਮੈਂਟ ਕਾਲਜ, देयर मोटो इज टू स्टडी। दे नो दैट कि 3 ਤੋਂ 4 दिन स्टूडेंट पढ़ेगा, 3 ਤੋਂ 4 दिन ਦੀਆਂ ਕਲਾਸਾਂ ਲਾਏਗਾ। एंड इफ they will study from a government college, attending such a good atmosphere in the college, then they will learn also something and they will get good assignments and they will learn something। and ਜਦੋਂ ਪੜ੍ਹ ਕੇ ਨਿਕਲਣਗੇ they will give to the community of Canada, they will contribute in the economy of Canada or any other country also, so they will become bright citizens of that country। so that means that ਉਹ ਮੋਟੋ ਲੈ ਕੇ ਤੁਹਾਨੂੰ ਕੈਨੇਡਾ ਦੀ ਸਰਕਾਰ ਜਾਂ ਹਾਈ ਕਮਿਸ਼ਨ ਜਾਂ ਕੋਈ ਵੀ ਤੁਹਾਨੂੰ ਬੁਲਾ ਰਹੀ ਹੈ, ਜੇ ਆਪਣਾ ਮੋਟੋ ਹੀ ਨਹੀਂ ਹੈਗਾ ਪੜ੍ਹਨ ਦਾ, that means you are not applying to a good quality college, your motive is not there to study। So students, I always prefer you to choose a government college, because not just about the visa success rate, sometimes student can get visa in a private college also, बहुत सारे students ਨੂੰ ਮਿਲਦਾ ਵੀ ਹੈਗਾ, but you will not get that experience, you will not get that education which you are paying for। and if you are just paying for to reach Canada, then you should choose another way to go to Canada, not a student visa, because ਤੁਸੀਂ ਹਲੇ young ਹੋ, bright ਹੋ, you have to learn and you are looking to settle in Canada and study to settle ਹੈਗਾ। ਤੋ ਜਸਟ ਸੈਟਲ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਕਿ ਤੁਸੀਂ ਉੱਥੇ ਪਹੁੰਚ ਜਾਓ, ਕਿਉਂਕਿ ਫਿਊਚਰ ਵਿੱਚ ਜਿਵੇਂ ਕਿ 4 ਲੱਖ ਬੱਚਾ ਇੱਥੋਂ ਇੰਡੀਆ ਤੋਂ ਹੋਰ ਦੇਸ਼ਾਂ ਤੋਂ 4 ਲੱਖ ਦੇ ਕਰੀਬ ਬੱਚਾ ਕੈਨੇਡਾ ਪਹੁੰਚਦਾ ਹਰ ਸਾਲ। ਸੋ ਮੈਨੂੰ ਲੱਗਦਾ ਕਿ ਫਿਊਚਰ ਵਿੱਚ ਬਹੁਤ ਟਫ ਹੋ ਜਾਏਗਾ ਸੈਟਲ ਹੋਣਾ। So students, I advise you to choose a government college, because what you will learn that will benefit you for your future। ਹੁਣ ਅਸੀਂ ਗੱਲ ਕਰਦੇ ਹਾਂ ਯੂਨੀਵਰਸਿਟੀਜ਼ ਦੀ। ਸੀ ਬਹੁਤ ਸਾਰੇ ਸਟੂਡੈਂਟਸ ਦਾ ਮੋਟੋ ਫਿਰ ਉਹੀ ਹੋ ਜਾਂਦਾ ਕਿ ਅਸੀਂ 2 ਸਾਲ ਦਾ ਡਿਪਲੋਮਾ ਕਰੀਏ, 3 ਸਾਲ ਦਾ ਵਰਕ ਪਰਮਿਟ ਲਈਏ ਐਂਡ ਵੀ ਸੈਟਲ ਡਾਊਨ ਇਨ ਕੈਨੇਡਾ। ਬਟ ਰਾਈਟ ਨਾਓ ਆਈ ਵਿਲ ਟੈਲ ਯੂ ਦੈਟ to settle down in Canada, you need a good qualification, you need good education, you need good experience, then only you will be able to settle in Canada। so ਬਹੁਤ ਵੱਡੀ ਕੁਆਂਟੀਟੀ 'ਚ ਸਟੂਡੈਂਟ ਡਿਪਲੋਮਾਸ ਕਰਨ ਜਾਂਦੇ ਆ, ਸਪੈਸ਼ਲੀ ਇੰਡੀਆ ਤੋਂ, ਬਿਕੋਜ਼ ਅਦਰ ਕੰਟਰੀਜ਼ ਤੋਂ ਸਟੂਡੈਂਟਸ ਬੈਚਲਰ ਡਿਗਰੀ ਜ਼ਰੂਰ ਕਰਨ ਆਉਂਦੇ ਆ, ਪਰ ਇੰਡੀਆ ਤੋਂ 5 ਜਾਂ 10% ਬੱਚਾ ਹੀ ਬੈਚਲਰ ਡਿਗਰੀ ਕਰਨ ਜਾਂਦਾ। ਸੋ ਅਸੀਂ ਬਹੁਤ ਸਾਰੇ ਵਾਰੀ ਮੈਂ ਟਰੈਵਲ ਕੀਤਾ ਐਂਡ ਵੀ ਫਾਊਂਡ ਦੈਟ ਦੇਰ ਇਜ਼ ਵਨ ਯੂਨੀਵਰਸਿਟੀ ਕਾਲਡ ਅਲਗੋਮਾ ਯੂਨੀਵਰਸਿਟੀ ਵਿਚ ਇਜ਼ ਇੰਪਾਰਟਿੰਗ ਅ ਬੈਚਲਰ ਡਿਗਰੀ ਫॉर 3 years। ਸੋ ਸਟੂਡੈਂਟਸ ਕਾਫੀ ਜ਼ਿਆਦਾ ਉਹਨੂੰ ਲੈ ਕੇ ਐਕਸਾਈਟ ਹੋ ਗਏ ਕਿ 3 ਸਾਲ 'ਚ ਅਸੀਂ ਬੈਚਲਰ ਡਿਗਰੀ ਕਰ ਸਕਦੇ ਹਾਂ। So I feel that was a good choice, but you can study for 3 years, you can study for 4 years। I feel now students from North India should think about their future, should think about becoming something in their life, and should start choosing university programs। First of all, they will get great exposure by studying in a university, they will get good experience by studying in a university, and they will get good jobs studying in a university, and they will be able to
make bright future for them in Canada or in any other country. ਜੇ ਤੁਸੀਂ ਚੰਗੀ ਪੜ੍ਹਾਈ ਕੀਤੀ ਹੋਏਗੀ, it will not be just Canada. You can work in USA, you can work in Australia, you can work in New Zealand. If you've studied a bachelor degree from Canada, world class institute, and there are so many universities we are representing, and there are very very good universities. The campuses have so much high quality of ambience and students are studying with such a मैं देखी उत्थे बच्चे बहुत पढ़ते हुए और यूनिवर्सिटीज़ मैं विजिट कीतियां ਤਾਂ ਕਿ ਮੈਨੂੰ ਲੱਗੇ ਕਿ ਮੈਂ ਆਪਣੇ ਸਟੂਡੈਂਟਸ ਜਿਹੜੇ ਹੈਗੇ ਉਹਨਾਂ ਨੂੰ ਜਾ ਕੇ ਗਾਈਡ ਕਰ ਸਕਾਂ ਕਿ ਯੂ ਸ਼ੁੱਡ ਚੂਜ਼ ਅ ਯੂਨੀਵਰਸਿਟੀ ਐਂਡ ਕਾਲਜਿਸ 'ਚ ਤਾਂ ਅਸੀਂ ਜਾ ਹੀ ਰਹੇ ਹਾਂ ਬਟ ਯੂ ਕੈਨ ਆਲਸੋ ਚੂਜ਼ ਅ ਯੂਨੀਵਰਸਿਟੀ ਸੋ ਵੀਜ਼ਾ ਸਕਸੈਸ ਰੇਟ ਇਜ਼ ਡਿਪੈਂਡਿੰਗ ਅਪੋਨ ਹਾਊ ਯੂ ਪੁੱਟ ਅਪ ਯਰ ਫਾਈਲ ਤੁਸੀਂ ਪ੍ਰਾਈਵੇਟ ਕਾਲਜ 'ਚ ਵੀ ਵੀਜ਼ਾ ਲੈ ਸਕਦੇ ਹੋ ਬਟ ਹਾਊ ਯੂ ਪੁੱਟ ਅਪ ਯਰ ਫਾਈਲ but obviously when you're choosing a good government college or a good university the visa success rate will be relatively very very high. So I always tell you that you can contact us at 90413 90412. You can email me at info@landmarkimmigration.com, and if you want to meet me, I am in Mohali head office. You can book an appointment and meet me also. I'm very much accessible. If I am free, I will definitely meet you and clear all your doubts. Thank you.